हाँ जी, सत श्री अकाल जी। स्वागत है ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨਫੋ ਦੇ ਵਿੱਚ। ਤੇ ਅੱਜ ਮੈਂ ਤੁਹਾਡੇ ਵਾਸਤੇ ਐਸਈ ਵਾਚਮੈਨ ਦੇ ਪੇਪਰ ਲਈ ਇੱਕ ਮੌਕ ਟੈਸਟ ਲੈ ਕੇ ਆਇਆ ਹਾਂ, ਜਿਸ ਦੇ ਕਿ ਦੋ ਭਾਗ ਹੋਣਗੇ। ਠੀਕ ਹੈ, ਤੁਸੀਂ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਹੈ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਕਿਸ ਦੇ ਕਿੰਨੇ ਨੰਬਰ ਬਣੇ ਹਨ। ਠੀਕ ਹੈ ਜੀ, ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਇੱਦਾਂ ਦੇ ਮੌਕ ਟੈਸਟ ਤੁਹਾਡੇ ਲਈ ਹੁਣ ਲੈ ਕੇ ਆਉਂਦੇ ਰਹਾਂਗੇ। ਠੀਕ ਹੈ, ਸੋ ਵਧਦੇ ਹਾਂ ਜੀ ਪਹਿਲੇ ਕੁਐਸਚਨ। ਪਹਿਲਾ ਕੁਐਸਚਨ ਹੈ ਜੀ, ਮਰੀਅਪਨ ਥਗਾਵੇਲੂ ਨੇ 2016 ਰੀਓ ਪੈਰਾ ਓਲੰਪਿਕਸ ਵਿੱਚ ਕਿਹੜੀ ਖੇਡ ਵਿੱਚ ਸੋਨ ਤਗਮਾ ਜਿੱਤਿਆ? ਆਪਸ਼ਨ ਹੈ ਜੀ ਸ਼ਾਟਪੁੱਟ ਵਿੱਚ, ਉੱਚੀ ਛਲਾਂਗ ਵਿੱਚ, ਜੈਵਲਿੰਗ ਥਰੋ ਵਿੱਚ ਜਾਂ ਡਿਸਕਸ ਥਰੋ ਵਿੱਚ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਉੱਚੀ ਛਲਾਂਗ ਵਿੱਚ। ਹਾਂਜੀ, ਬਿਲਕੁਲ ਸਹੀ ਉੱਤਰ ਹੈ ਮਰੀਅਪਨ ਥਗਨਾਵੇਲੂ। ਠੀਕ ਹੈ, ਨਾਂ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਨੇ 2016 ਰੀਓ ਪੈਰਾ ਓਲੰਪਿਕਸ ਵਿੱਚ ਕਿਹੜੀ ਖੇਡ ਵਿੱਚ ਸੋਨ ਤਗਮਾ ਜਿੱਤਿਆ ਸੀ? ਤੁਹਾਡਾ ਉੱਤਰ ਹੋਵੇਗਾ ਉੱਚੀ ਛਲਾਂਗ ਵਿੱਚ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਗਾਂਧੀ ਏਰਵਿਨ ਪੈਕਟ ਕਿਸ ਸਾਲ ਹਸਤਾਖਰ ਹੋਇਆ ਸੀ? ਆਪਸ਼ਨ ਹੈ ਜੀ 1913 ਵਿੱਚ, 1921 ਵਿੱਚ, 1929 ਵਿੱਚ ਜਾਂ 1931 ਵਿੱਚ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ 1931 ਵਿੱਚ। ਹਾਂਜੀ, ਬਿਲਕੁਲ ਸਹੀ ਉੱਤਰ ਹੈ ਗਾਂਧੀ ਏਰਵਿਨ ਪੈਕਟ। ਠੀਕ ਹੈ, ਜੋ ਕਿਸ ਸਾਲ ਹਸਤਾਖਰ ਹੋਏ ਸੀ? ਤੁਹਾਡਾ ਉੱਤਰ ਹੋਵੇਗਾ 1931 ਵਿੱਚ ਹੋਏ ਸੀ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਮਸ਼ਹੂਰ ਕਸੀਦਾ ਕਢਾਈ ਕਿਸ ਭਾਰਤੀ ਰਾਜ ਤੋਂ ਆਈ ਹੈ? ਆਪਸ਼ਨ ਹੈ ਜੀ ਕਰਨਾਟਕ ਤੋਂ, ਪੱਛਮੀ ਬੰਗਾਲ ਤੋਂ, ਕਸ਼ਮੀਰ ਤੋਂ ਜਾਂ ਪੰਜਾਬ ਤੋਂ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਕਸ਼ਮੀਰ ਤੋਂ। ਹਾਂਜੀ, ਬਿਲਕੁਲ ਸਹੀ ਉੱਤਰ ਹੈ ਮਸ਼ਹੂਰ ਕਸੀਦਾ ਕਢਾਈ ਹੈ ਜੋ ਉਹ ਕਿਸ ਭਾਰਤੀ ਰਾਜ ਤੋਂ ਆਈ ਹੈ? ਤੁਹਾਡਾ ਉੱਤਰ ਹੋਏਗਾ ਕਸ਼ਮੀਰ ਤੋਂ ਆਈ ਹੈ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਟੇਲ ਆਫ ਟੂ ਸਿਟੀਜ਼ ਦਾ ਲੇਖਕ ਕੌਣ ਹੈ? ਮੋਸਟ ਇੰਪੋਰਟੈਂਟ ਕੁਐਸਚਨ ਹੈ, ਜ਼ਰੂਰ ਯਾਦ ਰੱਖਿਓ ਅਤੇ ਮਾਈਂਡ ਵਿੱਚ ਵੀ ਜ਼ਰੂਰ ਬਿਠਾ ਲਿਓ, ਪੁੱਛਿਆ ਜਾ ਸਕਦਾ ਪੇਪਰ ਵਿੱਚ। ਆਪਸ਼ਨ ਜੀ ਚਾਰਲਸ ਡਿਕਨਜ਼, ਲਿਓ ਟਾਲਸਟਾਏ, ਮਾਰਕ ਟਵੇਨ ਜਾਂ ਜੌਨ ਆਸਟਿਨ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਰਹਿ ਰਹੇ ਚਾਰਲਸ ਡਿਕਨਜ਼। ਹਾਂਜੀ, ਬਿਲਕੁਲ ਸਹੀ ਉੱਤਰ ਹੈ। ਠੀਕ ਹੈ, ਸੋ ਜ਼ਰੂਰ ਮਾਈਂਡ ਵਿੱਚ ਬਿਠਾ ਲਿਓ। ਟੇਲ ਆਫ ਟੂ ਸਿਟੀਜ਼ ਦਾ ਜੋ ਲੇਖਕ ਹੈ ਉਹ ਹੈ ਜੀ ਚਾਰਲਸ ਡਿਕਨਜ਼। ਠੀਕ ਹੈ, ਸੋ ਜ਼ਰੂਰ ਮਾਈਂਡ ਵਿੱਚ ਬਿਠਾ ਲਿਓ। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਰਾਸ਼ਟਰੀ ਖੇਡ ਦਿਵਸ ਕਿਸ ਪ੍ਰਸਿੱਧ ਸ਼ਖਸੀਅਤ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ? ਆਪਸ਼ਨ ਹੈ ਜੀ ਮਿਲਖਾ ਸਿੰਘ, ਦਲੀਪ ਸੇਹਜੀ, ਧਿਆਨ ਚੰਦ ਜਾਂ ਚੂਨੀ ਗੋਸਵਾਮੀ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਧਿਆਨ ਚੰਦ। ਹਾਂਜੀ, ਬਿਲਕੁਲ ਸਹੀ ਉੱਤਰ ਹੈ, ਜਿਸ ਨੂੰ ਹਾਕੀ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ। ਸੋ ਜ਼ਰੂਰ ਪੜ੍ਹਿਆ ਹੋਏਗਾ ਤੁਸੀਂ। ਇਹਦਾ ਬਿਲਕੁਲ ਸਹੀ ਉੱਤਰ ਹੈ ਧਿਆਨ ਚੰਦ। ਠੀਕ ਹੈ ਜੀ। ਹਾਂਜੀ, ਰਾਸ਼ਟਰੀ ਖੇਡ ਦਿਵਸ ਕਿਸ ਪ੍ਰਸਿੱਧ ਸ਼ਖਸੀਅਤ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ? ਤੁਹਾਡਾ ਉੱਤਰ ਹੋਵੇਗਾ ਧਿਆਨ ਚੰਦ ਦੇ ਜਨਮ ਦਿਨ 'ਤੇ। ਠੀਕ ਹੈ, ਸੋ ਇਸ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ ਅਤੇ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਵਧਦੇ ਹਾਂ ਜੀ ਅਗਲਾ ਕੁਐਸਚਨ। ਅਗਲਾ ਕੁਐਸਚਨ ਹੈ ਜੀ, 2016 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਜ਼ਰੂਰ ਆ ਸਕਦਾ ਪੇਪਰ ਦੇ ਵਿੱਚ। ਇਸ ਨੂੰ ਜ਼ਰੂਰ ਯਾਦ ਕਰ ਲਿਓ ਅਤੇ ਮਾਈਂਡ ਵਿੱਚ ਜ਼ਰੂਰ ਬਿਠਾ ਲਿਓ। ਆਪਸ਼ਨ ਹੈ ਜੀ ਬੌਬ ਦਿਲਨ, ਟੋਨੀ ਮੋਰੀਸਨ, ਡੇਵਿਡ ਕੋਕੋਸ ਜਾਂ ਜੌਨ ਬੋਸਕੋ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਜੀ ਬੌਬ ਦਿਲਨ। ਹਾਂਜੀ, ਬਿਲਕੁਲ ਸਹੀ ਉੱਤਰ ਹੈ 2016 ਵਿੱਚ ਸਾਹਿਤ ਦਾ ਜੋ ਨੋਬਲ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਸੀ ਜਾਂ ਕਿਸ ਨੇ ਪ੍ਰਾਪਤ ਕੀਤਾ ਸੀ? ਤੁਹਾਡਾ ਉੱਤਰ ਹੋਵੇਗਾ ਬੌਬ ਦਿਲਨ ਨੇ। ਠੀਕ ਹੈ ਜੀ, ਸੋ ਇਸ ਨੂੰ ਵੀ ਜ਼ਰੂਰ ਧਿਆਨ 'ਚ ਰੱਖਣਾ ਹੈ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਹਾਂਜੀ, ਅਗਲਾ ਕੁਐਸਚਨ ਹੈ ਜੀ, ਪਹਿਲਾ ਭਾਰਤੀ ਪਾਇਲਟ ਕੌਣ ਸੀ? ਆਪਸ਼ਨ ਹੈ ਜੀ ਘਨਸ਼ਾਮ ਦਾਸ ਬਿਰਲਾ, ਦਾਦਾ ਬਾਈ ਨਾਰੋਜੀ, ਰਾਕੇਸ਼ ਕੰਬੋਜ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਦਾਦਾ ਬਾਈ ਨਾਰੋਜੀ। ਹਾਂਜੀ, ਬਿਲਕੁਲ ਸਹੀ ਉੱਤਰ ਹੈ ਪਹਿਲਾ ਭਾਰਤੀ ਪਾਇਲਟ ਕੌਣ ਸੀ? ਤਾਂ ਤੁਹਾਡਾ ਸਹੀ ਉੱਤਰ ਹੋਵੇਗਾ ਦਾਦਾ ਬਾਈ ਨਾਰੋਜੀ। ਹਾਂਜੀ, ਬਿਲਕੁਲ ਸਹੀ ਉੱਤਰ ਹੋਵੇਗਾ ਦਾਦਾ ਬਾਈ ਨਾਰੋਜੀ। ਜ਼ਰੂਰ ਧਿਆਨ 'ਚ ਰੱਖਿਓ। ਠੀਕ ਹੈ, ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਹਵਾ ਦੀ ਗਤੀ ਮਾਪਣ ਲਈ ਕਿਸ ਉਪਕਰਨ ਦਾ ਪ੍ਰਯੋਗ ਕੀਤਾ ਜਾਂਦਾ ਹੈ? ਆਪਸ਼ਨ ਹੈ ਜੀ ਅਮੀਟਰ, ਬੈਰੋਮੀਟਰ, ਐਨੀਮੋਮੀਟਰ ਜਾਂ ਐਕਟੀਨੋਮੀਟਰ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਜੀ
ਐਨੀਮੋਮੀटर। हाँ जी बिल्कुल सही तरह हवा की जो गति होंगी है उसनों मापन लई किहड़ा उपकरण का प्रयोग किया जाता है? तुहाडा उत्तर होवेगा एनीमोमीटर का। ठीक है, सो इसमें तुसीं जरूर ध्यान रखियो। वधदे हैं जी अगला क्वेश्चन। अगला क्वेश्चन है जी, सिक्स मशीन किस प्रसिद्ध क्रिकेटर की आत्मकथा है? ऑप्शन है जी क्रिस गेल, युवराज सिंह, रिकी पोइटिंग या सनत जयसरिया। दसो जी सही उत्तर क्या होएगा इसका? ऑप्शन ਤੁਹਾਡੇ सामने है जी। ਤਾਂ ਇਹਦਾ उत्तर है जी क्रिस गेल। हाँ जी बिल्कुल सही उत्तर है। सिक्स मशीन किस प्रसिद्ध क्रिकेटर की आत्मकथा है? ਤੁਹਾਡਾ उत्तर होएगा क्रिस गेल की। ठीक है जी, सो जरूर ना सुनिया होगा क्रिस गेल का भी तुसीं। ठीक है जी, सो आते हैं जी अगला क्वेश्चन। हाँ जी अगला क्वेश्चन है जी, अंग्रेजी किस केंद्रीय शासित प्रदेश की राज भाषा है? ऑप्शन है जी गोवा की, पांडीचेरी की, नागालैंड की या त्रिपुरा की। दसो जी सही उत्तर क्या होगा इसका? ऑप्शन ਤੁਹਾਡੇ सामने है जी। तो उत्तर है जी नागालैंड की। हाँ जी बिल्कुल सही उत्तर है। अंग्रेजी है जो वो किस केंद्रीय शासित प्रदेश की राजभाषा है? ਤੁਹਾਡਾ उत्तर होगा नागालैंड की। ठीक है जी, सो इसमें तुम जरूर ध्यान रखियो। वधदे हैं जी अगला क्वेश्चन। अगला क्वेश्चन है जी, भारत विच चिपको अंदोलन किसने आरंभ किया? बहुत ही इंपोर्टेंट क्वेश्चन है, जरूर पूछा जा सकता है चिपको अंदोलन बारे। ऑप्शन है जी हेमवती नंदन बहुगुणा, सुंदर लाल बहुगुणा, सुंदर लाल देशमुख या हेमावती देशमुख। दसो जी सही उत्तर क्या होगा इसका? ऑप्शन ਤੁਹਾਡੇ सामने है जी। तो इसका उत्तर है जी सुंदर लाल बहुगुणा। हाँ जी बिल्कुल सही उत्तर है। भारत में जो चिपको अंदोलन सीगा वो किसने आरंभ किया सी? ਤੁਹਾਡਾ उत्तर होगा सुंदर लाल बहुगुणा ने। ठीक है जी, सो जरूर ना याद रखियो। ये ना सारे ही जो ने रले मिले जे हैं दिख रहे होंगे, सो तुसीं कन्फ्यूज नहीं होना। ठीक है, इसका सही उत्तर है सुंदर लाल बहुगुणा। ठीक है जी, सो जरूर ध्यान रखियो। वधदे हैं जी अगला क्वेश्चन। अगला क्वेश्चन है जी, भारतीय राष्ट्रीय कांग्रेस का पहला मुखी कौन सी? ऑप्शन है जी AU ह्यूम, WC बैनर्जी, सुंदरनाथ बैनर्जी या बदउद्दीन तैयबरजी। दसो जी सही उत्तर क्या होगा इसका? ऑप्शन ਤੁਹਾਡੇ सामने है जी। तो इसका उत्तर है जी WC बैनर्जी। हाँ जी बिल्कुल सही उत्तर है। भारतीय राष्ट्रीय कांग्रेस का पहला मुखी कौन सी? ਤੁਹਾਡਾ उत्तर होगा WC बैनर्जी। ठीक है, बिल्कुल सही उत्तर है। वधदे हैं जी अगला क्वेश्चन। अगला क्वेश्चन है जी, सौर मंडल किस गैलैक्सी का हिस्सा है? ऑप्शन है जी वड्डे मैगैलैनिक बदल, छोटे मैगैलैनिक बदल, होम ऑब्जेक्ट या मिल्की वे। दसो जी सही उत्तर क्या होगा इसका? ऑप्शन ਤੁਹਾਡੇ सामने है जी। तो इसका उत्तर है जी मिल्की वे। हाँ जी बिल्कुल सही उत्तर है। सौर मंडल है जो वो किस गैलैक्सी विच या किस गैलैक्सी का हिस्सा है? ਤੁਹਾਡਾ उत्तर होगा मिल्की वे गैलैक्सी का हिस्सा है। ठीक है जी, सो इसमें तुम जरूर ध्यान रखना है। वधदे हैं जी अगला क्वेश्चन। अगला क्वेश्चन है जी, मदर टेरेसा किस देश नाल संबंधित सी? ऑप्शन है जी बैल्जियम, वेनेजुएला, एल्बेनिया या रोमानिया। दसो जी सही उत्तर क्या होगा इसका? ऑप्शन ਤੁਹਾਡੇ सामने है जी। तो इसका उत्तर है जी अल्बेनिया। हाँ जी बिल्कुल सही उत्तर है। मदर टेरेसा किस देश नाल संबंधित है या संबंधित सी? ਤੁਹਾਡਾ उत्तर होगा अल्बेनिया नाल। ठीक है जी, सो इसमें तुम जरूर ध्यान रखना है। वधदे हैं जी अगला क्वेश्चन। अगला क्वेश्चन है जी, हेठ दित्तियां विचों किहड़ा ग्रह सूरज दुआले घड़ी की दिशा विच नहीं घूमता? ऑप्शन है जी बुध, शुक्र, वर्ण या बृहस्पति। दसो जी सही उत्तर क्या होगा इसका? ऑप्शन ਤੁਹਾਡੇ सामने है जी। तो इसका उत्तर है जी शुक्र। हाँ जी बिल्कुल सही उत्तर है। हेठ दित्तियां विचों किहड़ा ग्रह सूरज दुआले घड़ी की दिशा विच नहीं घूमता? ਤੁਹਾਡਾ उत्तर होगा शुक्र। हाँ जी बिल्कुल सही उत्तर है। अगर तुहाडी जानकारी लिए दसदा, एक तो शुक्र है जो सूरज के दुआले घड़ी की दिशा में नहीं घूमता। ठीक है जी, अरे जो दूसरा है दो ही नहीं घूमते, एक शुक्र और दूसरा है यूरेनस। ठीक है जी, यूरेनस है। ठीक है, ये दोनों ही नहीं घूमते। ठीक है जी, सो आते हैं जी अगला क्वेश्चन। हाँ जी अगला क्वेश्चन है जी, विश्व वातावरण दिवस कदों मनाया जाता है? ऑप्शन है जी 10 दसंबर नूं, 5 जून नूं, 14 नवंबर नूं या 10 मई नूं। दसो जी सही उत्तर क्या होगा इसका? ऑप्शन ਤੁਹਾਡੇ सामने है जी। तो इसका उत्तर है जी 5 जून नूं। हाँ जी बिल्कुल सही उत्तर है। विश्व वातावरण दिवस कदों मनाया जाता है? ਤੁਹਾਡਾ उत्तर होगा 5 जून नूं मनाया जाता है। ठीक है जी, सो जरूर याद रखियो। वधदे हैं जी अगला क्वेश्चन। अगला क्वेश्चन है जी, कोंडान कालाम
ਕਿਸ ਲਈ ਜਾਣਿਆ ਜਾਂਦਾ ਹੈ? ਆਪਸ਼ਨ ਹੈ ਜੀ ਤਾਪ ਸ਼ਕਤੀ ਪਲਾਂਟ, ਜੀਵ ਮੰਡਲ ਰਾਖਵੀਂ ਥਾਂ, ਤਾਮਿਲਨਾਡੂ ਵਿੱਚ ਪੱਤਨ ਜਾਂ ਪਰਮਾਣੂ ਸ਼ਕਤੀ ਪਲਾਂਟ। ਦੱਸੋ ਜੀ ਸਹੀ ਤਰੀਕੇ ਵੇਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਪਰਮਾਣੂ ਸ਼ਕਤੀ ਪਲਾਂਟ। ਹਾਂਜੀ ਬਿਲਕੁਲ ਸਹੀ ਉੱਤਰ ਹੈ। ਕੋਂਡਾਨ ਕਲਾਮ ਕਿਸ ਲਈ ਜਾਣਿਆ ਜਾਂਦਾ ਹੈ? ਤੁਹਾਡਾ ਉੱਤਰ ਹੋਵੇਗਾ ਪਰਮਾਣੂ ਸ਼ਕਤੀ ਪਲਾਂਟ ਲਈ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਸੋ ਜ਼ਰੂਰ ਯਾਦ ਰੱਖਿਓ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਨਹੀਂ ਹੈ? ਆਪਸ਼ਨ ਹੈ ਜੀ ਚਿਕਨ ਪਾਕਸ, ਏਡਜ਼, ਨਿਮੋਨੀਆ ਜਾਂ ਜ਼ੁਕਾਮ। ਦੱਸੋ ਜੀ ਸਹੀ ਤਰੀਕੇ ਵੇਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਨਿਮੋਨੀਆ। ਹਾਂਜੀ ਬਿਲਕੁਲ ਸਹੀ ਉੱਤਰ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਨਹੀਂ ਹੈ? ਤੁਹਾਡਾ ਉੱਤਰ ਹੋਵੇਗਾ ਨਿਮੋਨੀਆ। ਠੀਕ ਹੈ ਜੀ, ਸੋ ਜ਼ਰੂਰ ਯਾਦ ਰੱਖਿਓ। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ ਪ੍ਰਸਿੱਧ ਗੀਤ ਸਾਰੇ ਜਾਨ ਸੇ ਅੱਛਾ ਹਿੰਦੁਸਤਾਨ ਹਮਾਰਾ ਕਿਸ ਨੇ ਲਿਖਿਆ ਹੈ ਜਾਂ ਲਿਖਿਆ ਸੀ? ਠੀਕ ਹੈ ਜੀ, ਸੋ ਜ਼ਰੂਰ ਸੁਣਿਆ ਹੋਏਗਾ। ਆਪਸ਼ਨ ਹੈ ਜੀ ਰਵਿੰਦਰਨਾਥ ਟੈਗੋਰ, ਮੁਹੰਮਦ ਇਕਬਾਲ, ਬਿਕਰਮ ਚੰਦਰ ਚੈਟਰਜੀ ਜਾਂ ਕਾਜੀ ਨਜ਼ਰੁਲ ਇਸਲਾਮ। ਦੱਸੋ ਜੀ ਸਹੀ ਤਰੀਕੇ ਵੇਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਮੁਹੰਮਦ ਇਕਬਾਲ ਨੇ। ਹਾਂਜੀ ਬਿਲਕੁਲ ਸਹੀ ਉੱਤਰ ਹੈ। ਪ੍ਰਸਿੱਧ ਗੀਤ ਸਾਰੇ ਜਾਨ ਸੇ ਅੱਛਾ ਹਿੰਦੁਸਤਾਨ ਹਮਾਰਾ ਕਿਸ ਨੇ ਲਿਖਿਆ ਸੀ? ਤੁਹਾਡਾ ਉੱਤਰ ਹੋਵੇਗਾ ਮੁਹੰਮਦ ਇਕਬਾਲ ਨੇ। ਠੀਕ ਹੈ ਜੀ, ਸੋ ਜ਼ਰੂਰ ਯਾਦ ਰੱਖਿਓ। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ ਹਰੇ ਫਲਾਂ ਨੂੰ ਬਣਾਉਟੀ ਤੌਰ 'ਤੇ ਪਕਾਉਣ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ? ਆਪਸ਼ਨ ਹੈ ਜੀ ਈਥੇਨ, ਕਾਰਬਨ ਡਾਈਆਕਸਾਈਡ, ਐਸੀਟੀਲੀਨ ਜਾਂ ਇਥਾਈਲੀਨ। ਦੱਸੋ ਜੀ ਸਹੀ ਤਰੀਕੇ ਹੋਵੇਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਈਥੇਨ। ਹਾਂਜੀ ਬਿਲਕੁਲ ਸਹੀ ਉੱਤਰ ਹੈ। ਹਰੇ ਫਲਾਂ ਨੂੰ ਬਣਾਉਟੀ ਤੌਰ 'ਤੇ ਪਕਾਉਣ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ? ਤੁਹਾਡਾ ਉੱਤਰ ਹੋਵੇਗਾ ਈਥੇਨ। ਠੀਕ ਹੈ ਜੀ, ਸੋ ਜ਼ਰੂਰ ਯਾਦ ਰੱਖਿਓ। ਪਹਿਲਾ ਕੁਐਸਚਨ ਹੈ ਜੀ DRDO ਦੀ ਸਥਾਪਨਾ ਕਦੋਂ ਹੋਈ? ਆਪਸ਼ਨ ਹੈ ਜੀ 1958, 1956, 1952 ਜਾਂ 1985। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ 1958। ਹਾਂਜੀ DRDO ਦੀ ਸਥਾਪਨਾ ਕਦੋਂ ਹੋਈ? ਤੁਹਾਡਾ ਉੱਤਰ ਹੋਵੇਗਾ 1958 ਦੇ ਵਿੱਚ। ਠੀਕ ਹੈ, ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ ਸੰਸਾਰ ਵਿੱਚ ਖੇਤਰਫਲ ਪੱਖੋਂ ਚੀਨ ਦਾ ਸਥਾਨ ਕਿਹੜਾ ਹੈ? ਆਪਸ਼ਨ ਹੈ ਜੀ ਪਹਿਲਾ, ਦੂਜਾ, ਤੀਸਰਾ ਜਾਂ ਚੌਥਾ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਤੀਸਰਾ। ਹਾਂਜੀ ਸੰਸਾਰ ਵਿੱਚ ਖੇਤਰਫਲ ਪੱਖੋਂ ਚੀਨ ਦਾ ਸਥਾਨ ਕਿਹੜਾ ਹੈ? ਤੁਹਾਡਾ ਉੱਤਰ ਹੋਵੇਗਾ ਤੀਸਰਾ ਸਥਾਨ ਹੈ। ਠੀਕ ਹੈ, ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਆਪਸ਼ਨ ਹੈ ਜੀ ਦੂਸਰਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ? ਆਪਸ਼ਨ ਹੈ ਜੀ 1930, 1931, 1939 ਜਾਂ 1940। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ 1939। 1939 ਵਿੱਚ ਜੀ ਦੂਸਰਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਸੀ? ਤੁਹਾਡਾ ਉੱਤਰ ਹੋਵੇਗਾ 1939। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਜ਼ਰੂਰ ਨੋਟ ਕਰ ਲਿਓ ਇਸ ਨੂੰ ਅਤੇ ਮਾਈਂਡ ਵਿੱਚ ਵੀ ਜ਼ਰੂਰ ਬਿਠਾ ਲਓ। ਠੀਕ ਹੈ, ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ? ਆਪਸ਼ਨ ਹੈ ਜੀ ਦਿੱਲੀ, ਮੁੰਬਈ, ਕੋਲਕਾਤਾ ਜਾਂ ਛੱਤੀਸਗੜ੍ਹ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਮੁੰਬਈ। ਹਾਂਜੀ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ? ਤੁਹਾਡਾ ਉੱਤਰ ਹੋਵੇਗਾ ਮੁੰਬਈ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ ਮਹਾਤਮਾ ਗਾਂਧੀ ਅਫਰੀਕਾ ਤੋਂ ਕਿਹੜੇ ਸਾਲ ਵਿੱਚ ਵਾਪਸ ਆਏ? ਆਪਸ਼ਨ ਹੈ ਜੀ 1916, 1915, 1920 ਜਾਂ 1925। ਤਾਂ ਇਹਦਾ ਉੱਤਰ ਹੈ ਜੀ 1915 ਵਿੱਚ। ਹਾਂਜੀ ਮਹਾਤਮਾ ਗਾਂਧੀ ਅਫਰੀਕਾ ਤੋਂ ਕਿਹੜੇ ਸਾਲ ਵਿੱਚ ਵਾਪਸ ਆਏ? ਤੁਹਾਡਾ ਉੱਤਰ ਹੋਵੇਗਾ 1915 ਵਿੱਚ। ਠੀਕ ਹੈ ਜੀ, ਵਧਦੇ ਹਾਂ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ ਪਹਿਲਾ ਵਿਸ਼ਵ ਕੱਪ ਕ੍ਰਿਕਟ ਕਦੋਂ ਹੋਇਆ? ਆਪਸ਼ਨ ਹੈ ਜੀ 1975 ਵਿੱਚ, 1856 ਵਿੱਚ, 1980 ਵਿੱਚ ਜਾਂ 1952 ਵਿੱਚ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ 1975 ਵਿੱਚ। ਹਾਂਜੀ ਪਹਿਲਾ ਵਿਸ਼ਵ ਕੱਪ ਕ੍ਰਿਕਟ ਦਾ ਕਦੋਂ ਹੋਇਆ ਸੀ? ਤੁਹਾਡਾ ਉੱਤਰ ਹੋਵੇਗਾ 1975 ਵਿੱਚ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਿਸ ਸੰਸ਼ੋਧਨ ਦੇ
ਅੰਤਰਗਤ ਘੋਸ਼ਿਤ ਕੀਤਾ ਗਿਆ ਹੈ? ਆਪਸ਼ਨ ਹੈ ਜੀ 41, 19, 69 ਜਾਂ 21। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ 69। ਹਾਂਜੀ, ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਿਸ ਸੰਸ਼ੋਧਨ ਦੇ ਅੰਤਰਗਤ ਘੋਸ਼ਿਤ ਕੀਤਾ ਗਿਆ ਹੈ? ਤੁਹਾਡਾ ਉੱਤਰ ਹੋਵੇਗਾ 69ਵੇਂ। ਠੀਕ ਹੈ ਜੀ। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਕਿਸ ਦੇਸ਼ ਦੇ ਨਾਲ ਭਾਰਤ ਦੀ ਸਭ ਤੋਂ ਘੱਟ ਸੀਮਾ ਲੱਗਦੀ ਹੈ? ਆਪਸ਼ਨ ਹੈ ਜੀ ਅਫਗਾਨਿਸਤਾਨ, ਨੇਪਾਲ, ਪਾਕਿਸਤਾਨ ਜਾਂ ਚੀਨ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਅਫਗਾਨਿਸਤਾਨ। ਹਾਂਜੀ, ਕਿਸ ਦੇਸ਼ ਦੇ ਭਾਰਤ ਦੀ ਸਭ ਤੋਂ ਘੱਟ ਸੀਮਾ ਲੱਗਦੀ ਹੈ? ਤੁਹਾਡਾ ਉੱਤਰ ਹੋਵੇਗਾ ਅਫਗਾਨਿਸਤਾਨ, ਕਿਉਂਕਿ ਭਾਰਤ ਦੇ ਇੰਨੀ ਕੋਈ ਚੋਟੀ ਹੀ ਸਿਰਫ ਅਫਗਾਨਿਸਤਾਨ ਨਾਲ ਲੱਗਦੀ ਹੈ। ਠੀਕ ਹੈ, ਇਸ ਤਰ੍ਹਾਂ ਨਕਸ਼ਾ ਕੁਛ ਇਸ ਤਰ੍ਹਾਂ ਦਾ। ਠੀਕ ਹੈ, ਇਸ ਤਰ੍ਹਾਂ ਥੋੜ੍ਹੀ ਨਿੱਕੀ ਚੋਟੀ ਲੱਗਦੀ ਹੈ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਮਹਾਤਮਾ ਗਾਂਧੀ ਦਾ ਰਾਜਨੀਤਿਕ ਗੁਰੂ ਕੌਣ ਸੀ? ਆਪਸ਼ਨ ਹੈ ਜੀ ਗੋਪਾਲ ਕ੍ਰਿਸ਼ਨ ਗੋਖਲੇ, ਫਿਰੋਜ਼ ਸ਼ਾਹ ਮਹਿਤਾ, ਦਾਦਾ ਭਾਈ ਬੈਨਰਜੀ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਸਹੀ ਉੱਤਰ ਹੈ ਜੀ ਗੋਪਾਲ ਕ੍ਰਿਸ਼ਨ ਗੋਖਲੇ। ਹਾਂਜੀ, ਮਹਾਤਮਾ ਗਾਂਧੀ ਦਾ ਰਾਜਨੀਤਿਕ ਗੁਰੂ ਕੌਣ ਸੀ? ਤੁਹਾਡਾ ਉੱਤਰ ਹੋਵੇਗਾ ਗੋਪਾਲ ਕ੍ਰਿਸ਼ਨ ਗੋਖਲੇ। ਠੀਕ ਹੈ, ਸੋ ਜਿੰਨੇ ਮੈਂ ਕੁਐਸਚਨ ਕਰਵਾਇਆ ਬਹੁਤ ਇੰਪੋਰਟੈਂਟ ਕੁਐਸਚਨ ਹਨ, ਇਹਨਾਂ ਨੂੰ ਜ਼ਰੂਰ ਯਾਦ ਰੱਖ ਲਓ ਤੁਸੀਂ। ਠੀਕ ਹੈ, ਵਧਦੇ ਹਾਂ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਪੈਨਸਿਲ ਵਿੱਚ ਹੇਠ ਲਿਖਿਆਂ ਵਿੱਚੋਂ ਕੀ ਵਰਤਿਆ ਜਾਂਦਾ ਹੈ? ਆਪਸ਼ਨ ਹੈ ਜੀ ਸਿਲੀਕਾਨ, ਫਾਸਫੋਰਸ, ਚਾਰਕੋਲ ਜਾਂ ਗ੍ਰੈਫਾਈਟ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਉੱਤਰ ਹੈ ਜੀ ਗ੍ਰੇਫਾਈਟ। ਜੀ ਪੈਨਸਲ ਵਿੱਚ ਹੇਠ ਲਿਖਿਆਂ ਵਿੱਚੋਂ ਕੀ ਵਰਤਿਆ ਜਾਂਦਾ ਹੈ? ਤੁਹਾਡਾ ਉੱਤਰ ਹੋਏਗਾ ਗ੍ਰੇਫਾਈਟ। ਠੀਕ ਹੈ, ਸੋ ਇਸ ਨੂੰ ਵੀ ਜ਼ਰੂਰ ਤੁਸੀਂ ਯਾਦ ਰੱਖਿਓ। ਵਧਦੇ ਹਾਂ ਜੀ ਅਗਲਾ ਸਵਾਲ। ਅਗਲਾ ਕੁਐਸਚਨ ਹੈ ਜੀ ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ? ਆਪਸ਼ਨ ਹੈ ਜੀ 10 ਮੈਂਬਰ, 15 ਮੈਂਬਰ, 12 ਮੈਂਬਰ ਜਾਂ 11 ਮੈਂਬਰ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਸਹੀ ਉੱਤਰ ਹੈ ਜੀ 12 ਮੈਂਬਰ। ਹਾਂਜੀ, ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ? ਤੁਹਾਡਾ ਉੱਤਰ ਹੋਵੇਗਾ 12 ਮੈਂਬਰ ਨਾਮਜ਼ਦ ਕਰਦਾ ਹੈ। ਠੀਕ ਹੈ ਜੀ, ਅਤੇ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਅਗਲਾ ਕੁਐਸਚਨ ਹੈ ਜੀ ਭਾਰਤ ਦੀ ਸਭ ਤੋਂ ਲੰਬੀ ਅੰਤਰਰਾਸ਼ਟਰੀ ਸਰਹੱਦ ਹੇਠਾਂ ਲਿਖਿਆਂ ਵਿੱਚੋਂ ਕਿਹੜੇ ਦੇਸ਼ ਨਾਲ ਲੱਗਦੀ ਹੈ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ, ਜ਼ਰੂਰ ਇਸ ਨੂੰ ਯਾਦ ਕਰ ਲਿਓ ਅਤੇ ਮਾਈਂਡ ਵਿੱਚ ਵੀ ਜ਼ਰੂਰ ਬਿਠਾ ਲਿਓ। ਠੀਕ ਹੈ, ਆਪਸ਼ਨ ਹੈ ਜੀ ਪਾਕਿਸਤਾਨ, ਭੂਟਾਨ, ਬੰਗਲਾਦੇਸ਼ ਜਾਂ ਚੀਨ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹ ਉੱਤਰ ਹੈ ਜੀ ਬੰਗਲਾਦੇਸ਼। ਹਾਂਜੀ, ਭਾਰਤ ਦੀ ਸਭ ਤੋਂ ਲੰਬੀ ਅੰਤਰਰਾਸ਼ਟਰੀ ਸਰਹੱਦ ਹੇਠਾਂ ਲਿਖੇ ਵਿੱਚ ਕਿਹੜੇ ਦੇਸ਼ ਨਾਲ ਲੱਗਦੀ ਹੈ? ਤੁਹਾਡਾ ਉੱਤਰ ਹੋਵੇਗਾ ਬੰਗਲਾਦੇਸ਼ ਨਾਲ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਸਵਰਾਜ ਪਾਰਟੀ ਕਦੋਂ ਬਣੀ ਸੀ? ਆਪਸ਼ਨ ਹੈ ਜੀ 1923, 1915, 1928 ਜਾਂ 1920। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਉੱਤਰ ਹੈ ਜੀ 1923 ਵਿੱਚ। ਹਾਂਜੀ, ਸਵਰਾਜ ਪਾਰਟੀ ਕਦੋਂ ਬਣੀ ਸੀ? ਤੁਹਾਡਾ ਉੱਤਰ ਹੋਵੇਗਾ 1923 ਵਿੱਚ। ਠੀਕ ਹੈ ਜੀ, ਵਧਦੇ ਹਾਂ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਸਰਦਾਰ ਭਗਤ ਸਿੰਘ ਅਜਾਇਬ ਘਰ ਦਾ ਉਦਘਾਟਨ ਕਿੱਥੇ ਕੀਤਾ ਗਿਆ ਸੀ? ਆਪਸ਼ਨ ਹੈ ਜੀ ਨਵਾਂ ਸ਼ਹਿਰ, ਜਲੰਧਰ, ਖਟਕੜ ਕਲਾਂ ਜਾਂ ਫਿਰੋਜ਼ਪੁਰ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਸਹੀ ਉੱਤਰ ਹੈ ਜੀ ਖਟਕੜ ਕਲਾਂ। ਹਾਂਜੀ, ਸਰਦਾਰ ਭਗਤ ਸਿੰਘ ਅਜਾਇਬ ਘਰ ਦਾ ਉਦਘਾਟਨ ਕਿੱਥੇ ਕੀਤਾ ਗਿਆ ਸੀ? ਤੁਹਾਡਾ ਉੱਤਰ ਹੋਵੇਗਾ ਖਟਕੜ ਕਲਾਂ। ਠੀਕ ਹੈ, ਸੋ ਇਸ ਨੂੰ ਵੀ ਜ਼ਰੂਰ ਯਾਦ ਰੱਖਿਓ ਤੁਸੀਂ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਡਾ ਸਮੁੰਦਰੀ ਤੱਟ ਹੈ? ਆਪਸ਼ਨ ਹੈ ਜੀ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ ਜਾਂ ਗੁਜਰਾਤ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਸਹੀ ਉੱਤਰ ਹੈ ਜੀ ਗੁਜਰਾਤ। ਹਾਂਜੀ, ਹੇਠ ਲਿਖਿਆਂ ਵਿੱਚੋਂ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਡਾ ਸਮੁੰਦਰੀ ਤੱਟ ਹੈ? ਤੁਹਾਡਾ ਉੱਤਰ ਹੋਵੇਗਾ ਗੁਜਰਾਤ ਵਿੱਚ। ਠੀਕ ਹੈ ਜੀ, ਵਧਦੇ ਹਾਂ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਰਾਜ ਸਭਾ ਕਦੋਂ ਬਣਾਈ ਗਈ ਸੀ? ਆਪਸ਼ਨ ਹੈ ਜੀ 3 ਜੁਲਾਈ 1950, 3 ਅਪ੍ਰੈਲ 1952, 10 ਜਨਵਰੀ 1948 ਜਾਂ 5 ਜਨਵਰੀ 1923। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ।
ਤਾਂ ਇੱਧਰ ਹੈ ਜੀ 3 ਅਪ੍ਰੈਲ 1952 ਵਿੱਚ। ਹਾਂਜੀ, ਰਾਜ ਸਭਾ ਕਦੋਂ ਬਣਾਈ ਗਈ ਸੀ? ਤੁਹਾਡਾ ਇੱਧਰ ਹੋਵੇਗਾ 3 ਅਪ੍ਰੈਲ 1952 ਵਿੱਚ। ਵਧਦੇ ਹਾਂ ਜੀ ਅਗਲਾ ਸਵਾਲ। ਅਗਲਾ ਆਪਸ਼ਨ ਹੈ ਜੀ ਪੰਜਾਬ ਦੇ ਗ੍ਰਹਿ ਮੰਤਰੀ ਕੌਣ ਹਨ? ਆਪਸ਼ਨ ਹੈ ਜੀ ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਵਿਜੈ ਇੰਦਰ ਸਿੰਗਲਾ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਹੈ ਉੱਤਰ ਹੈ ਜੀ ਸੁਖਜਿੰਦਰ ਸਿੰਘ ਰੰਧਾਵਾ। ਹਾਂਜੀ, ਪੰਜਾਬ ਦੇ ਗ੍ਰਹਿ ਮੰਤਰੀ ਕੌਣ ਹਨ? ਤੁਹਾਡਾ ਉੱਤਰ ਹੋਵੇਗਾ ਸੁਖਜਿੰਦਰ ਸਿੰਘ ਰੰਧਾਵਾ। ਠੀਕ ਹੈ ਜੀ। ਵਧਦੇ ਹਾਂ ਅਗਲਾ ਸਵਾਲ। ਅਗਲਾ ਪ੍ਰਸ਼ਨ ਹੈ ਜੀ ਪੰਜਾਬ ਦਾ ਲੋਕ ਨਿਰਮਾਣ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਕਿਹੜੇ ਮੰਤਰੀ ਕੋਲ ਹੈ? ਆਪਸ਼ਨ ਹੈ ਜੀ ਵਿਜੇ ਇੰਦਰ ਸਿੰਗਲਾ, ਪ੍ਰਗਟ ਸਿੰਘ, ਰਣਦੀਪ ਸਿੰਘ ਨਾਭਾ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹ ਉੱਤਰ ਹੈ ਜੀ ਵਿਜੇ ਇੰਦਰ ਸਿੰਗਲਾ। ਹਾਂਜੀ, ਪੰਜਾਬ ਦਾ ਲੋਕ ਨਿਰਮਾਣ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਕਿਹੜੇ ਮੰਤਰੀ ਕੋਲ ਹੈ? ਤੁਹਾਡਾ ਉੱਤਰ ਹੋਵੇਗਾ ਵਿਜੇ ਇੰਦਰ ਸਿੰਗਲਾ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵਧਦੇ ਹਾਂ ਜੀ ਅਗਲਾ ਸਵਾਲ। ਅਗਲਾ ਪ੍ਰਸ਼ਨ ਹੈ ਜੀ ਪੰਜਾਬ ਦੇ ਕਿਹੜੇ ਖੇਤਰ ਨੂੰ ਸਿੱਖੀ ਦਾ ਪੰਘੂੜਾ ਕਿਹਾ ਜਾਂਦਾ ਹੈ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਜ਼ਰੂਰ ਯਾਦ ਰੱਖਿਓ ਇਸ ਨੂੰ। ਆਪਸ਼ਨ ਹੈ ਜੀ ਮਾਲਵਾ, ਮਾਝਾ, ਪੁਆਧ ਜਾਂ ਪੋਠੋਹਾਰੀ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇੱਧਰ ਹੈ ਜੀ ਮਾਝਾ। ਹਾਂਜੀ, ਪੰਜਾਬ ਦੇ ਕਿਹੜੇ ਖੇਤਰ ਨੂੰ ਸਿੱਖੀ ਦਾ ਪੰਘੂੜਾ ਕਿਹਾ ਜਾਂਦਾ ਹੈ? ਤੁਹਾਡਾ ਇੱਧਰ ਹੋਵੇਗਾ ਮਾਝੇ ਦੇ ਖੇਤਰ ਨੂੰ। ਠੀਕ ਹੈ ਜੀ। ਵਧਦੇ ਹਾਂ ਅਗਲਾ ਸਵਾਲ। ਅਗਲਾ ਪ੍ਰਸ਼ਨ ਹੈ ਜੀ ਮਹਾਤਮਾ ਬੁੱਧ ਦੀ ਮਾਤਾ ਦਾ ਨਾਮ ਕੀ ਸੀ? ਆਪਸ਼ਨ ਹੈ ਜੀ ਯਸ਼ੋਧਰਾ, ਮਹਾਮਾਇਆ, ਵਿਸ਼ਵਾਵਾਰਾ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਮਹਾਮਾਇਆ। ਹਾਂਜੀ, ਮਹਾਤਮਾ ਬੁੱਧ ਦੀ ਮਾਤਾ ਦਾ ਨਾਮ ਕੀ ਸੀ? ਤੁਹਾਡਾ ਉੱਤਰ ਹੋਵੇਗਾ ਮਹਾਮਾਇਆ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਤਾਂ ਹੋਪ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਇੱਦਾਂ ਦੀ ਹੀ ਹੋਰ ਵਧੀਆ ਵੀਡੀਓ ਵੇਖਣ ਲਈ। ਠੀਕ ਹੈ, ਅਤੇ ਹੋਰ ਇਨਫੋਰਮੇਸ਼ਨ ਲਈ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਵੀ ਜ਼ਰੂਰ ਜੁਆਇਨ ਕਰ ਲਓ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਤਾਂ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਾਲ। ਉਦੋਂ ਤੱਕ ਲਈ ਰੱਬ ਰਾਖਾ।